हाँ जी, अज 16 मार्च 2022 रोजाना की तरह खबरों का जिहड़ा सिलसिला शुरू करते हैं। सो सब तो पहला अज का जिहड़ा साडा टॉपिक, तो अज का नवीन मसला जो साडे सामने आया वो है धर्म नाल रिलेटेड धर्म की आज़ादी। हुण देखो, कहंदे कर्नाटक हाई कोर्ट ने मंगलवार नूं राज के स्कूलों और कालजां विच विद्यार्थियों द्वारा हिजाब जिहड़े पहनण भाव कि हड स्काफ पहनण ते पाबंदी नूं जिहड़ी पाबंदी लगाई हुई सीगी उहनूं बरकरार रखिआ है। हाई कोर्ट ने कहा है कि हिजाब पहनना इस्लाम दे विच एक जरूरी धार्मिक प्रथा नहीं है ते इसलिए संविधान के आर्टिकल 25 द्वारा गारंटीशुदा धर्म की आज़ादी के अधिकार के तहत यह सुरक्षित है, जिहड़ा वो नहीं हैगा। ਅਸੀਂ ਸਾਰੇ ਜਾਣਦੇ ਹਾਂ ਕਨਸਟੀਟਿਊਸ਼ਨ ਜਿਹੜਾ ਸਾਡਾ ਸੰਵਿਧਾਨ ਹੈਗਾ ਉਸਦੇ ਵਿੱਚ ਅਨੁਛੇਦ 25 ਤੋਂ ਲੈ ਕੇ 28 ਤੱਕ ਹੈ ਜਿਹੜੇ ਸਾਨੂੰ ਜਿਹੜੇ ਅਧਿਕਾਰ ਹੈ, ਜਿਹੜੇ ਫੰਡਾਮੈਂਟਲ ਰਾਈਟਸ ਆ ਜਿਹੜੇ ਮਿਲੇ ਹੋਏ ਆ, ਇਹਨਾਂ ਦੇ ਵਿੱਚ ਸਾਡਾ ਜਿਹੜੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ ਜਿਹੜਾ ਸਾਨੂੰ ਉਹ ਮਿਲਿਆ ਹੋਇਆ ਸੰਵਿਧਾਨ ਵੱਲੋਂ। ਦੇਖੋ, ਭਾਰਤ ਦੇ ਵਿੱਚ ਧਰਮ ਦੀ ਆਜ਼ਾਦੀ ਇੱਕ ਬੁਨਿਆਦੀ ਅਧਿਕਾਰ ਹੈ ਜੋ ਭਾਰਤ ਦੇ ਸੰਵਿਧਾਨ ਦੇ ਆਰਟੀਕਲ 25 ਤੋਂ ਲੈ ਕੇ 28 ਤੱਕ ਜਿਹੜਾ ਸਾਨੂੰ ਮਿਲਦਾ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਮਿਲਦਾ, ਸਾਡੇ ਸੰਵਿਧਾਨ ਦੇ ਵਿੱਚ ਮਿਲਦਾ। ਆਧੁਨਿਕ ਭਾਰਤ ਦੇ ਅੰਦਰ 1947 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਹੋਂਦ ਵਿੱਚ ਆਇਆ ਸੀਗਾ ਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 1976 ਦੇ ਵਿੱਚ ਇੱਕ ਸੋਧ ਹੋਈ ਸੀਗੀ ਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਹੁਣ ਭਾਰਤ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਜਦੋਂ ਤੋਂ ਇਸਨੇ ਆਪਣੇ ਸੰਵਿਧਾਨ ਨੂੰ ਅਪਣਾਇਆ ਸੀਗਾ ਉਦੋਂ ਤੋਂ ਹੀ ਭਾਰਤ ਪਹਿਲਾਂ ਹੀ ਇੱਕ ਧਰਮ ਨਿਰਪੱਖ ਰਾਜ ਸੀਗਾ, ਭਾਵ ਕਿ ਅਧਿਕਾਰ ਖੇਤਰ ਹੈ ਜਿਹੜੇ ਪਹਿਲਾਂ ਹੀ ਜਨਤਾ ਨੂੰ ਮਿਲੇ ਹੋਏ ਸੀਗੇ। ਇਸ ਸੋਧ ਰਾਹੀਂ ਅਸਲ ਦੇ ਵਿੱਚ ਜੋ ਕੀਤਾ ਗਿਆ ਉਹ ਸਪਸ਼ਟ ਤੌਰ ਤੇ ਇਹ ਦੱਸਣ ਲਈ ਸੀਗਾ ਕਿ ਧਾਰਾ 25 ਤੋਂ ਲੈ ਕੇ 28 ਤੱਕ ਤਹਿਤ ਪਹਿਲਾਂ ਹੀ ਇਸ ਦੇ ਵਿੱਚ ਕਿਹੜੇ ਕੀ ਕੁਝ ਜਿਹੜਾ ਉਹ ਸ਼ਾਮਿਲ ਹੋਇਆ ਸੀਗਾ ਜੋ ਸ਼ਾਮਿਲ ਸੀ। ਭਾਰਤ ਦੇ ਹਰ ਨਾਗਰਿਕ ਨੂੰ ਆਪਣੇ ਧਰਮ ਨੂੰ ਸ਼ਾਂਤੀ ਨਾਲ ਅਭਿਆਸ ਕਰਨ ਅਤੇ ਉਤਸ਼ਾਹਿਤ ਕਰਨ ਦਾ ਅਧਿਕਾਰ ਜਿਹੜਾ ਉਹ ਹਾਸਿਲ ਹੈ। ਭਾਰਤ ਧਰਮ ਦੇ ਲਿਹਾਜ਼ ਦੇ ਨਾਲ ਸਭ ਤੋਂ ਵੱਧ ਵੰਨ-ਸਵੰਨੀਆਂ ਕੌਮਾਂ ਦੇ ਵਿੱਚੋਂ ਇੱਕ ਹੈ ਤੇ ਇਹ ਭਾਰਤ ਦੇ 4 ਪ੍ਰਮੁੱਖ ਧਰਮ ਜੈਨ ਧਰਮ ਹੋ ਗਿਆ, ਹਿੰਦੂ ਧਰਮ ਹੋ ਗਿਆ, ਬੁੱਧ ਧਰਮ ਹੋ ਗਿਆ ਤੇ ਸਿੱਖ ਧਰਮ ਦਾ ਸਥਾਨ ਮੰਨਿਆ ਜਾਂਦਾ ਹੈ। ਭਾਵੇਂ ਕਿ ਹਿੰਦੂਆਂ ਦੀ ਆਬਾਦੀ 80% ਦੇ ਕਰੀਬ ਹੈ, ਪਰ ਭਾਰਤ ਦੇ ਵਿੱਚ ਵੀ ਖੇਤਰ ਵਿਸ਼ੇਸ਼ ਧਾਰਮਿਕ ਅਭਿਆਸ ਹਨ। ਉਦਾਹਰਨ ਦੇ ਵਜੋਂ ਅਸੀਂ ਲੈ ਸਕਦੇ ਹਾਂ ਜੰਮੂ ਕਸ਼ਮੀਰ ਦੀ ਐਗਜ਼ਾਮਪਲ ਕਿ ਜੰਮੂ ਕਸ਼ਮੀਰ ਦੇ ਵਿੱਚ ਮੁਸਲਿਮ ਦੀ ਜਿਹੜੀ ਮੁਸਲਿਮ ਜਨਤਾ ਹੈ ਉਸਦੀ ਗਿਣਤੀ ਹੈ ਜਿਹੜੀ ਬਹੁਤ ਹੈ। ਪੰਜਾਬ ਦੇ ਵਿੱਚ ਸਿੱਖ ਧਰਮ ਦੀ ਗਿਣਤੀ ਜਿਹੜੀ ਬਹੁਤ ਹੈ। ਹੁਣ ਦੇਖੋ, ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਦੇ ਵਿੱਚ ਈਸਾਈ ਧਰਮ ਦੀ ਗਿਣਤੀ ਉਸਦੀ ਬਹੁਤਾਤ ਹੈ ਤੇ ਭਾਰਤੀ ਹਿਮਾਲਿਆ ਜਿਹੜੇ ਖੇਤਰ ਹੈ ਜਿਸ ਇਸ ਦੇ ਵਿੱਚ ਕੀ ਆ ਜਾਂਦਾ, ਸਿੱਕਿਮ, ਲਦਾਖ ਆ ਗਿਆ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ ਰਾਜ ਅਤੇ ਪੱਛਮੀ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਦੇ ਵਿੱਚ ਬੋਧੀ ਜਿਹੜੀ ਹੈ ਬੋਧੀ ਆਬਾਦੀ ਯਾਨੀ ਕਿ ਬੁੱਧ ਧਰਮ ਨਾਲ ਰਿਲੇਟਡ ਆਬਾਦੀ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ। ਹੁਣ ਦੇਖੋ, ਆਓ ਅਸੀਂ ਜਾਣਦੇ ਹਾਂ ਆਰਟੀਕਲ 25 ਬਾਰੇ। ਭਾਰਤੀ ਸੰਵਿਧਾਨ ਦੀ ਧਾਰਾ 25 ਦੇ ਵਿੱਚ ਕੀ ਕਿਹਾ ਗਿਆ ਹੈ ਕਿ ਜਨਤਕ ਵਿਵਸਥਾ ਸਾਡੀ ਨੈਤਿਕਤਾ, ਸਾਡੇ ਸਿਹਤ ਅਤੇ ਇਸ ਦੇ ਭਾਗ ਦੇ ਹੋਰ ਵੀ ਉਪਲਬਧਾਂ ਅਧੀਨ ਸਾਰੇ ਵਿਅਕਤੀ ਜ਼ਮੀਰ ਦੀ ਆਜ਼ਾਦੀ ਅਤੇ ਧਰਮ ਨੂੰ ਮੰਨਣਾ ਅਭਿਆਸ, ਕਿਸ ਧਰਮ ਨੂੰ ਤੁਸੀਂ ਅਪਣਾਉਣਾ ਹੈ, ਕਿਸ ਨੂੰ ਮੰਨਣਾ ਹੈ, ਸਾਨੂੰ ਪੂਰੀ ਖੁੱਲ੍ਹ ਹੈਗੀ ਹੈ। ਇਸ ਦੇ ਵਿੱਚ ਇਸ ਦਾ ਕਿਸੇ ਧਰਮ ਦਾ ਪ੍ਰਚਾਰ ਕਰਨ ਦੇ ਸੁਤੰਤਰ ਰੂਪ ਦੇ ਵਿੱਚ ਵੀ ਇਸ ਅਧਿਕਾਰ ਦੀ ਜਿਹੜੀ ਜਨਤਕ ਹੈ ਉਹ ਹੱਕਦਾਰ ਹੈ। ਹੁਣ ਇਸ ਦਾ ਮਤਲਬ ਇਹ ਹੈ ਕਿ ਸਾਰੇ ਭਾਰਤੀ ਨਾਗਰਿਕ ਉਪਰੋਕਤ ਅਧਿਕਾਰਾਂ ਦੇ ਹੱਕਦਾਰ ਹਨ ਕਿ ਇਹ ਜਨਤਕ ਵਿਵਸਥਾ, ਨੈਤਿਕਤਾ ਅਤੇ ਸਾਹਿਤ ਤੇ ਹੋਰਨਾਂ ਪ੍ਰਬੰਧਾਂ ਦਾ ਵਿਰੋਧ ਹੈ ਜਿਹੜੇ ਉਹ ਨਾ ਕਰਨ, ਭਾਵ ਕਿ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ ਜਿਹੜਾ ਉਹ ਮਿਲਿਆ ਹੋਇਆ ਹੈ। ਦੇਖੋ, ਇੱਥੇ ਅਸੀਂ ਗੱਲ ਕਰਦੇ ਹਾਂ, ਕਹਿੰਦੇ ਭਾਰਤੀ ਸੰਵਿਧਾਨ ਦੀ ਜਿਹੜੀ ਧਾਰਾ ਹੈ ਜਿਸ ਦੀ ਅਸੀਂ ਗੱਲ ਕਰਦੇ ਹਾਂ 25 ਦੇ ਵਿੱਚ ਕਿਹਾ ਗਿਆ ਹੈ ਕਿ ਇਸ ਅਨੁਛੇਦ ਦੀ ਕੋਈ ਵੀ ਚੀਜ਼ ਕਿਸੇ ਮੌਜੂਦਾ ਕਾਨੂੰਨ ਦੇ ਸੰਚਾਲਨ ਨੂੰ ਪ੍ਰਭਾਵਿਤ ਨਹੀਂ ਕਰੇਗੀ। ਜੋ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ, ਜੋ ਕਾਨੂੰਨ ਹੈਗਾ ਉਹ ਬਣਿਆ ਹੋਇਆ, ਉਸਨੂੰ ਉਸ ਤੇ ਕੋਈ ਲਾਗੂ ਇਹ ਚੀਜ਼ ਨਹੀਂ ਹੋਊਗੀ, ਨਾ ਹੀ ਰਾਜ ਨੂੰ ਕੋਈ ਕਾਨੂੰਨ ਬਣਾਉਣ ਤੋਂ ਰੋਕੇਗੀ। ਕਿਸੇ ਵੀ ਆਰਥਿਕ, ਵਿੱਤੀ ਜਾਂ ਰਾਜਨੀਤਿਕ ਜਾਂ ਹੋਰ ਧਰਮ ਨਿਰਪੱਖ ਗਤੀਵਿਧੀਆਂ ਨੂੰ ਨਿਯਮਿਤ ਕਰਨ ਜਾਂ ਉਹਨਾਂ ਨੂੰ ਸੀਮਤ ਕਰਨ ਦੇ ਲਈ ਜੋ ਧਾਰਮਿਕ ਅਭਿਆਸ ਦੇ ਨਾਲ ਜੁੜੀ ਹੈ ਜਾਂ ਜੁੜ ਸਕਦੀ ਹੈ, ਸਮਾਜ ਭਲਾਈ ਅਤੇ ਸੁਧਾਰ ਦਾ ਪ੍ਰਬੰਧ ਕਰਨਾ ਜਾਂ ਹਿੰਦੂਆਂ ਦੇ ਸਾਰੇ ਵਰਗਾਂ ਦੇ ਲਈ ਲੋਕ ਚਰਿੱਤਰ ਵਾਲੀਆਂ ਹਿੰਦੂ ਸੰਸਥਾਵਾਂ ਨੂੰ ਖੋਲਣਾ, ਭਾਵ ਕਿ ਇਹ ਸਾਰੀ ਸੁਤੰਤਰਤਾ ਜਿਹੜੀ ਇਸ ਅਧਿਕਾਰ ਦੇ ਖੇਤਰ ਆਉਂਦੀ ਹੈ। ਇਸ ਦਾ ਮਤਲਬ ਹੈ ਕਿ ਰਾਜ
ਜਾਂ ਤਾਂ ਮੌਜੂਦਾ ਕਾਨੂੰਨਾਂ ਦੇ ਕੰਮਕਾਜ ਦੀ ਸ਼ਕਤ ਰੱਖ ਸਕਦਾ ਹੈ ਜਾਂ ਕੋਈ ਨਵਾਂ ਕਾਨੂੰਨ ਹੈ ਜਿਹੜਾ ਉਹ ਬਣਾ ਸਕਦਾ ਹੈ, ਤਾਂ ਕਿ ਜੋ ਧਰਮ ਨਾਲ ਜੁੜੀਆਂ ਕੋਈ ਵੀ ਸਮੱਸਿਆ ਹੁੰਦੀ ਹੈ, ਵਿੱਤੀ ਨਾਲ ਰਿਲੇਟਡ, ਪੈਸੇ ਨਾਲ ਆ ਗਈ, ਆਰਥਿਕ ਨਾਲ ਆ ਗਈ, ਰਾਜਨੀਤਿਕ ਨਾਲ ਆ ਗਈ, ਕੋਈ ਸੰਕਟ ਨਾਲ ਆ ਗਈ, ਜਾਂ ਕਿਸੇ ਹੋਰ ਧਰਮ ਨਿਰਪੱਖ ਗਤੀਵਿਧੀਆਂ ਨੂੰ ਨਿਯਮਿਤ ਜਾਂ ਸੀਮਿਤ ਕੀਤਾ ਜਾ ਸਕੇ। ਇਹ ਅੱਗੇ ਸਮਾਜ ਭਲਾਈ ਅਤੇ ਸੁਧਾਰ ਜਾਂ ਜਨਤਕ ਚਰਿੱਤਰ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਖੋਲਣ ਦੀ ਸਹੂਲਤ ਦਿੰਦਾ ਹੈ ਜਨਤਕ ਨੂੰ, ਜੋ ਹਿੰਦੂਆਂ ਦੇ ਸਾਰੇ ਵਰਗਾਂ ਦੇ ਲਈ ਖੁੱਲੀਆਂ। ਹੁਣ ਦੇਖੋ ਜ਼ਿਕਰਯੋਗ ਹੈ ਕਿ ਇੱਥੇ ਹਿੰਦੂਆਂ ਦੇ ਸਿੱਖ ਧਰਮ, ਜੈਨ ਧਰਮ, ਬੁੱਧ ਧਰਮ, ਭਾਵ ਕਿ ਜਿਹੜੇ 4 ਧਰਮ ਹੈ ਉਹਨਾਂ ਨੂੰ ਮੰਨਣ ਵਾਲੇ ਲੋਕ ਹੈ ਜਿਹੜੇ ਇਸ ਦੇ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਕਿਰਪਾਨ ਪਹਿਨਣਾ ਅਤੇ ਲਿਜਾਣ ਵਾਲੇ ਲੋਕ ਵੀ ਸਿੱਖ ਧਰਮ ਦੇ ਵਿੱਚ ਸ਼ਾਮਿਲ ਹੈ। ਆਓ ਅਸੀਂ ਰੁਖ ਕਰਦੇ ਹਾਂ ਸਾਡੇ ਦੂਸਰੇ ਮਸਲੇ ਵੱਲ ਜੋ ਅੱਜ ਸਾਡੇ ਸਾਹਮਣੇ ਆਇਆ ਹੈ, ਉਹ ਹੈ ਯੂਰਪੀਅਨ ਯੂਨੀਅਨ। ਯੂਰਪੀ ਯੂਨੀਅਨ ਦੇ ਵਿੱਚ ਕੀ ਆਉਂਦਾ ਹੈ ਕਿ ਯੂਰਪੀ ਯੂਨੀਅਨ ਮੈਂਬਰ ਦੇਸ਼ਾਂ ਦੀ ਇੱਕ ਰਾਜਨੀਤਿਕ ਅਤੇ ਇੱਕ ਆਰਥਿਕ ਯੂਨੀਅਨ ਹੈ ਜੋ ਮੁੱਖ ਤੌਰ ਤੇ ਯੂਰਪ ਦੇ ਵਿੱਚ ਸਥਿਤ ਹੈ ਤੇ ਕੰਮ ਕਰਦੀ ਹੈ। ਦੇਖੋ ਖਬਰ ਕੀ ਆਈ ਹੈ ਕਿ ਪੋਲੈਂਡ, ਚੈਕ ਗਣਰਾਜ ਅਤੇ ਸਲੋਵੇਨੀਆ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਯੂਕਰਾਨ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਦੇ ਲਈ ਰੇਲ ਗੱਡੀ ਜਿਹੜਾ ਟ੍ਰਾਂਸਪੋਰਟ ਸਿਸਟਮ ਹੈ ਇਸ ਦੇ ਰਾਹੀਂ ਕੀਵ ਦੀ ਯਾਤਰਾ ਕੀਤੀ ਹੈ। ਕਿਉਂਕਿ ਹੁਣ ਦੇਖੋ ਯੂਕਰੇਨ ਤੇ ਜਿਹੜਾ ਰੂਸ ਦਾ ਜਿਹੜਾ ਜ਼ਿਕਰ ਹੈ, ਲੜਾਈ ਦਾ ਜ਼ਿਕਰ ਹੈ, ਉਹ ਬਾਰ-ਬਾਰ ਜਿਹੜਾ ਸਾਡੀ ਖਬਰਾਂ ਦੇ ਵਿੱਚ ਆ ਰਿਹਾ ਹੈ। ਸੋ ਕਿਉਂਕਿ ਰੂਸ ਦਾ ਹਮਲਾ ਰਾਜਧਾਨੀ ਦੇ ਨੇੜੇ ਤੱਕ ਪਹੁੰਚ ਗਿਆ, ਡਰ ਕਾਫੀ ਪਹੁੰਚ ਗਿਆ, ਸੋ ਇਸ ਕਰਕੇ ਇਸ ਜਿਹੜੇ ਟ੍ਰਾਂਸਪੋਰਟ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਹੁਣ ਯੂਨੀਅਨ ਦੇ ਬਾਰੇ, ਯੂਰਪੀਅਨ ਯੂਨੀਅਨ ਦੇ ਬਾਰੇ ਜਦੋਂ ਅਸੀਂ ਕਰਦੇ ਹਾਂ ਕਿ ਇਸ ਦਾ ਜਿਹੜਾ ਖੇਤਰ ਹੈਗਾ ਉਹ 42,33,255.3 ਕਿਲੋਮੀਟਰ ਦੇ ਵਰਗ ਘੇਰੇ ਦੇ ਅੰਦਰ ਤੱਕ ਫੈਲਿਆ ਹੋਇਆ ਹੈ ਤੇ ਇਸ ਦੀ ਅੰਦਾਜ਼ਨ ਕੁੱਲ ਆਬਾਦੀ ਜਿਹੜੀ ਰਹਿ ਗਈ ਹੈ ਉਹ 447 ਮਿਲੀਅਨ ਦੇ ਕਰੀਬ ਹੈ। ਕਾਨੂੰਨਾਂ ਦੀ ਇੱਕ ਮਿਆਰੀ ਕਿਰਤ ਪ੍ਰਣਾਲੀ ਰਾਹੀਂ ਇੱਕ ਅੰਦਰੂਨੀ ਸਿੰਗਲ ਮਾਰਕੀਟ ਦੀ ਸਥਾਪਨਾ ਕੀਤੀ ਗਈ ਹੈ ਜੋ ਇਹਨਾਂ ਮਾਮਲਿਆਂ ਦੇ ਵਿੱਚ ਹੋਰ ਜਿੰਨੇ ਵੀ ਹੈ ਮਤਲਬ ਸਾਰੇ ਮੈਂਬਰ ਰਾਜਾਂ ਦੇ ਵਿੱਚ ਲਾਗੂ ਹੁੰਦੀ ਹੈ ਤੇ ਕੇਵਲ ਉਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਰਾਜ ਵਜੋਂ ਇੱਕ ਕੰਮ ਕਰਨ ਦੇ ਲਈ ਉਹ ਸਹਿਮਤ ਹੋਏ ਹੈ, ਸਹਿਮਤੀ ਪ੍ਰਗਟਾਈ ਹੈ ਉਹਨਾਂ ਨੇ। ਹੁਣ ਦੇਖੋ ਯੂਰਪੀਅਨ ਯੂਨੀਅਨ ਦੀਆਂ ਨੀਤੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਉਦੇਸ਼ ਕੀ ਹੁੰਦਾ ਹੈ ਕਿ ਅੰਦਰੂਨੀ ਬਾਜ਼ਾਰ ਦੇ ਲੋਕਾਂ, ਚੀਜ਼ਾਂ, ਭਾਵ ਕਿ ਜੋ ਬੇਸਿਕ ਨੈਸੈਸਿਟੀਜ਼ ਹੈ, ਅਮਿਨਿਟੀਜ਼ ਹੈ, ਫੈਸਿਲਿਟੀਜ਼ ਹੈ, ਉਹਨਾਂ ਨੂੰ ਪ੍ਰੋਵਾਈਡ ਕਰਵਾਉਣਾ, ਸੇਵਾਵਾਂ ਜਾਂ ਪੂੰਜੀ ਦੀ ਮੁਕਤ ਆਵਾਜਾਈ ਨੂੰ ਯਕੀਨੀ ਬਣਾਉਣਾ, ਨਿਆਂ ਤੇ ਗ੍ਰਹਿ ਮਾਮਲਿਆਂ ਦੇ ਵਿੱਚ ਕਾਨੂੰਨ ਬਣਾਉਣਾ, ਕਾਨੂੰਨ ਲਾਗੂ ਕਰਨਾ, ਵਪਾਰ, ਖੇਤੀਬਾੜੀ, ਮੱਛੀ ਪਾਲਣ, ਹੋਰ ਵੀ ਐਗਰੀਕਲਚਰ ਨਾਲ ਸੰਬੰਧਿਤ ਉਸਨਾਂ ਦਾ ਖੇਤਰੀ ਵਿਕਾਸ ਕਰਨਾ ਆਦਿ ਬਾਰੇ ਨੀਤੀਆਂ ਤੇ ਜਿਹੜੀ ਹੈ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਮੇਨਟੇਨ ਰੱਖਣਾ, ਬਣਾਈ ਰੱਖਣਾ, ਸੰਤੁਲਨ ਬਣਾਈ ਰੱਖਣਾ। ਹੁਣ ਦੇਖੋ ਸ਼ੈਂਗੇਨ ਖੇਤਰ ਦੇ ਅੰਦਰ ਯਾਤਰਾ ਦੇ ਲਈ ਪਾਸਪੋਰਟ ਨਿਯੰਤਰਣ ਨੂੰ ਇਹ ਖਤਮ ਕਰ ਦਿੱਤੇ ਗਏ ਹੈ ਕਿ ਯੂਰੋਜ਼ੋਨ ਇੱਕ ਮੁੰਦਰਾ ਯੂਨੀਅਨ ਹੈ ਜੋ ਕਿ 1999 ਦੇ ਵਿੱਚ ਸਥਾਪਿਤ ਕੀਤੀ ਗਈ ਸੀ, ਜੋ 2022 ਦੇ ਵਿੱਚ ਲਾਗੂ ਹੋਈ ਪੂਰੀ ਤਰ੍ਹਾਂ, ਜੋ ਕਿ ਯੂਰਪੀਅਨ ਯੂਨੀਅਨ ਦੇ 19 ਮੈਂਬਰਾਂ ਦੇ ਰਾਜਾਂ ਦੇ ਸੁਮੇਲ ਤੋਂ ਬਣੀ ਹੈ, ਜੋ ਕਿ ਇਹ ਉਹ ਮੈਂਬਰ ਸੀਗੇ, ਇਹ ਉਹ ਰਾਜ ਸੀਗੇ ਜੋ ਯੂਰੋ ਮੁੰਦਰਾ ਦੀ ਜਿਹੜੀ ਵਰਤੋਂ ਹੈ ਉਹ ਕਰਦੇ ਹਨ। ਯੂਰਪੀਅਨ ਯੂਨੀਅਨ ਜਾਂ ਯੂਨੀਅਨ ਦੀ ਨਾਗਰਿਕਤਾ ਦੀ ਸਥਾਪਨਾ ਸੀਗੀ ਉਦੋਂ ਕੀਤੀ ਗਈ ਸੀ ਜਦੋਂ ਇੱਕ ਸੰਧੀ ਹੋਈ ਸੀਗੀ, ਲਾਗੂ ਹੋਈ ਸੀਗੀ। ਸ਼ੈਂਗੇਨ ਖੇਤਰ ਬਾਰੇ ਜਾਣਦੇ ਆ ਕਿ ਸ਼ੈਂਗੇਨ ਏਰੀਆ ਜਿਹੜਾ ਇੱਕ ਅਜਿਹਾ ਖੇਤਰ ਹੈਗਾ ਜਿਸ ਦੇ ਵਿੱਚ 26 ਯੂਰਪੀਅਨ ਦੇਸ਼ ਸ਼ਾਮਿਲ ਹੈ ਤੇ ਜਿਨ੍ਹਾਂ ਨੇ ਅਧਿਕਾਰਤ ਤੌਰ ਤੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸਰਹੱਦਾਂ ਤੇ ਸਾਰੇ ਪਾਸਪੋਰਟ ਅਤੇ ਹੋਰ ਸਾਰੀਆਂ ਕਿਸਮਾਂ ਦੇ ਸਰਹੱਦੀ ਨਿਯੰਤਰਣ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਹੁਣ ਇਹ ਖੇਤਰ, ਇਸ ਖੇਤਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਇੱਕ ਸਾਂਝੀ ਵੀਜ਼ਾ ਨੀਤੀ ਦੇ ਨਾਲ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੇ ਉਦੇਸ਼ ਦੇ ਲਈ ਇੱਕ ਸਿੰਗਲ ਅਧਿਕਾਰ ਖੇਤਰ ਵਜੋਂ ਕੰਮ ਕਰਦਾ ਹੈ। ਇਸ ਖੇਤਰ ਦਾ ਨਾਮ ਸ਼ੈਂਗੇਨ ਲਕਸਮਬਰਗ ਦੇ ਵਿੱਚ 1985 ਦੇ ਵਿੱਚ ਹੋਏ ਇੱਕ ਸਮਝੌਤੇ ਦੇ ਨਾਮ ਤੇ ਰੱਖਿਆ ਗਿਆ, ਸ਼ੈਂਗੇਨ ਸਮਝੌਤੇ ਦੇ ਨਾਂ ਤੇ ਰੱਖਿਆ ਗਿਆ ਹੈ। ਯੂਰਪੀਅਨ ਯੂਨੀਅਨ ਦੇ 27 ਮੈਂਬਰ ਦੇਸ਼ਾਂ ਵਿੱਚੋਂ 22 ਸ਼ੈਂਗੇਨ ਖੇਤਰ ਦੇ ਵਿੱਚ ਹਿੱਸਾ ਲੈਂਦੇ ਆ। ਹੁਣ ਯੂਰਪੀਅਨ ਯੂਨੀਅਨ ਦੇ 5 ਮੈਂਬਰ ਜੋ ਸ਼ੈਂਗੇਨ ਖੇਤਰ ਦਾ ਹਿੱਸਾ ਨਹੀਂ ਹਨ, ਉਹਨਾਂ ਦੇ ਵਿੱਚੋਂ ਕੁਝ ਕੁ ਜਿਹੜੇ ਦੇਸ਼ ਹੈ ਜਿਵੇਂ ਹੁਣ ਬੁਲਗਾਰੀਆ ਹੋ ਗਿਆ ਜਾਂ ਕਰੋਸ਼ੀਆ ਹੋ ਗਿਆ, ਸਾਈਪ੍ਰਸ ਹੋ ਗਿਆ, ਰੋਮਾਨੀਆ ਹੋ ਗਿਆ, ਭਵਿੱਖ ਦੇ ਵਿੱਚ ਇਸ ਖੇਤਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਾਨੂੰਨੀ ਤੌਰ ਤੇ ਪਾਬੰਦ ਹੈ। ਆਇਰਲੈਂਡ ਹੋ ਗਿਆ, ਸੰਤੁਲਨ ਹੈ ਜਿਹੜਾ ਉਹ ਬਣਾਈ ਰੱਖਦਾ ਹੈ, ਇਸ ਦੀ ਵਜ੍ਹਾ ਨਾਲ ਉਹ ਖੁਦ ਵੀਜ਼ਾ ਨੀਤੀਆਂ ਨੂੰ ਜਿਹੜਾ ਉਹ ਚਲਾਉਂਦਾ ਹੈ।
ਹੁਣ ਦੇਖੋ यूरोपियन फ्री ट्रेड एसोसीएशन की गल करिए तो इस दे विच जिहड़े इसदे 4 जिहड़े मैंबर देश हैं। इस तो इलावा यूरोपियन यूनियन के मैंबर हैं जिहड़े उन्होंने इस दे विच किहड़े-किहड़े जिवें आइसलैंड हो गया, लिechtenstein हो गया, नॉर्वे, स्विट्जरलैंड हो गया, यूरोपियन यूनियन के मैंबर हैं जिहड़े ये 4 देश हैं। ये यूरोपियन यूनियन के मैंबर नहीं है, पर उन्होंने शेगेन समझौते दे नाल मिल के इस ते जिहड़े दस्तखत है जिहड़े ओह कीते हैं। सो इसे दे नाल जिहड़ा साडा अज दा खबरां दा सिलसिला खत्म हुंदा है। धन्नवाद।